ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸ ਟੀਵੀ। ਮੈਂ ਬरुण ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਮੈਕਸ ਦੇ ਰੀਅਲਟਰ ਗੁਰਜਿਤਿੰਦਰ ਸਿੰਘ ਰੰਧਾਵਾ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦ ਤੇ ਵੇਚ ਸਕਦੇ ਹੋ। ਇਹਨਾਂ ਦੇ ਫੋਨ ਨੰਬਰ ਵੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਮੈਟਾ ਨੇ ਸ਼ਾਂਤੀ ਤੋਂ ਪ੍ਰਭਾਵਿਤ H1 ਵੀਜ਼ਾ ਧਾਰਕਾਂ ਨੂੰ ਦਿੱਤਾ ਇਮੀਗ੍ਰੇਸ਼ਨ ਮਦਦ ਦਾ ਭਰੋਸਾ। ਬਾਈਡਨ ਸਰਕਾਰ ਰੂਸ ਤੋਂ ਦੂਰੀ ਬਣਾ ਕੇ ਭਾਰਤ ਨਾਲ ਕੰਮ ਕਰਨ ਲਈ ਵਚਨਬੱਧ। ਮੱਧਕਾਲੀ ਚੋਣਾਂ ਅਮਰੀਕਾ 'ਚ ਦਿਲਚਸਪ ਮੋੜ ਤੇ ਹਨ ਔਰ ਰਿਪਬਲਿਕਨ ਪਾਰਟੀ ਅੱਗੇ ਬਾਈਡਨ ਨੂੰ ਝਟਕਾ ਵੀ ਹੈ। ਬੌਬੀ ਸਿੰਘ ਐਲਨ ਐਲਕ ਗਰੋਵ ਸਿਟੀ ਤੇ ਦੁਬਾਰਾ ਚੁਣੇ ਗਏ ਮੇਅਰ। ਕੈਲੀਫੋਰਨੀਆ ਵਿੱਚ ਜਸਮੀਤ ਕੌਰ ਬੈਂਸ ਬਣੇ ਪਹਿਲੇ ਪੰਜਾਬੀ ਅਸੈਂਬਲੀ ਮੈਂਬਰ। ਭਾਰਤੀ ਮੂਲ ਦੇ ਥਾਣੇਦਾਰ ਜੈਪਾਲ ਨੇ ਪ੍ਰਤੀਨਿਧ ਸਭਾ ਦੀਆਂ ਚੋਣਾਂ ਜਿੱਤੀਆਂ। ਅਮਰੀਕਾ ਦੇ ਵਿੱਚ ਅਮਰੀਕੀ ਅਦਾਲਤ ਨੇ ਇੱਕ ਭਾਰਤੀ ਨੂੰ ਸੁਣਾਈ ਹੈ 5 ਸਾਲ ਦੀ ਸਜ਼ਾ। ਕੈਨੇਡਾ ਦੇ ਵੀ ਪਹਿਲੇ ਪੰਜਾਬੀ ਮੇਅਰ ਨੇ ਸੰਭਾਲਿਆ ਆਪਣਾ ਅਹੁਦਾ। ਅਮਰੀਕਾ ਨੇ ਮਿਆਂਮਾਰ, ਉੱਤਰੀ ਕੋਰੀਆ ਦੇ ਹਵਾਬਾਜ਼ੀ ਖੇਤਰ ਤੇ ਵੀ ਲਗਾਈਆਂ ਪਾਬੰਦੀਆਂ। ਅਮਰੀਕਾ ਵਿੱਚ ਫਿਰ ਤੋਂ ਵੱਖ-ਵੱਖ ਥਾਵਾਂ ਤੇ ਗੋਲੀ ਮਾਰੀ, ਇੱਕ ਦੀ ਮੌਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਫੇਸਬੁੱਕ ਦੀ ਮੂਲ ਕੰਪਨੀ ਮੈਟਾ ਤੇ ਵੱਡੇ ਪੱਧਰ ਤੇ ਛਾਂਟੀ ਦੇ ਵਿਚਕਾਰ H1B ਵਰਗੇ ਵਰਕ ਵੀਜ਼ਾ ਵਾਲੇ ਕਰਮਚਾਰੀਆਂ ਤੇ ਅਮਰੀਕਾ ਤੋਂ ਵਾਪਸ ਜਾਣ ਦਾ ਸੰਕਟ ਪੈਦਾ ਹੋ ਗਿਆ ਹੈ। ਅਜਿਹੇ 'ਚ ਮੈਟਾ ਨੇ ਇਹਨਾਂ ਕਰਮਚਾਰੀਆਂ ਨੂੰ ਇਮੀਗ੍ਰੇਸ਼ਨ ਸਹਾਇਤਾ ਦੇਣ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਦੇ CEO ਮਾਰਕ ਜ਼ਕਰਬਰਗ ਨੇ ਕਿਹਾ ਹੈ ਕਿ ਮੈਨੂੰ ਪਤਾ ਹੈ ਕਿ ਜੇਕਰ ਤੁਸੀਂ ਇੱਥੇ ਵੀਜ਼ਾ ਤੇ ਹੋ ਤਾਂ ਇਹ ਤੁਹਾਡੇ ਲਈ ਖਾਸ ਤੌਰ ਤੇ ਮੁਸ਼ਕਿਲ ਹੋਣ ਵਾਲਾ ਹੈ। ਸਾਡੇ ਕੋਲ ਇਮੀਗ੍ਰੇਸ਼ਨ ਮਾਹਿਰ ਨੇ ਜੋ ਤੁਹਾਡੀ ਅਤੇ ਤੁਹਾਡੇ ਪਰਿਵਾਰ ਨੂੰ ਲੋੜੀਂਦੀ ਮਦਦ ਦੇ ਲਈ ਮਾਰਗਦਰਸ਼ਨ ਕਰਨਗੇ। ਅਮਰੀਕਾ ਆਧਾਰਿਤ ਟੈਕਨੋਲੋਜੀ ਕੰਪਨੀਆਂ ਵੱਡੀ ਗਿਣਤੀ 'ਚ H1B ਕਰਮਚਾਰੀਆਂ ਨੂੰ ਨੌਕਰੀ ਤੇ ਰੱਖਦੀਆਂ ਨੇ, ਜਿਨ੍ਹਾਂ 'ਚੋਂ ਜ਼ਿਆਦਾਤਰ ਭਾਰਤ ਵਰਗੇ ਦੇਸ਼ਾਂ ਤੋਂ ਆਉਂਦੇ ਨੇ। ਫੇਸਬੁੱਕ ਇੱਕ H1B ਨਿਰਭਰ ਕੰਪਨੀ ਹੈ, ਜਿਸ ਦਾ ਮਤਲਬ ਹੈ ਕਿ ਇਸ ਦੇ 15% ਤੋਂ ਵੱਧ ਕਰਮਚਾਰੀ H1 ਵੀਜ਼ਾ ਤੇ ਨੇ। ਫੇਸਬੁੱਕ, WhatsApp ਅਤੇ Instagram ਦੀ ਮੂਲ ਕੰਪਨੀ ਮੈਟਾ ਪਲੇਟਫਾਰਮ ਇੰਕ ਦੇ CEO ਮਾਰਕ ਜ਼ਕਰਬਰਗ ਨੇ ਕਰਮਚਾਰੀਆਂ ਦੀ ਛਾਂਟੀ ਦੇ ਫੈਸਲੇ ਤੇ ਅਫਸੋਸ ਜ਼ਾਹਿਰ ਕੀਤਾ। ਉਹਨਾਂ ਨੇ ਆਪਣੇ ਬਲੌਗ ਵਿੱਚ ਲਿਖਿਆ, ਕੰਪਨੀ ਇਸ ਮੁਕਾਮ ਤੇ ਕਿਵੇਂ ਪਹੁੰਚੀ ਹੈ, ਇਸ ਦੀ ਪੂਰੀ ਜ਼ਿੰਮੇਵਾਰੀ ਮੇਰੀ ਹੈ। ਮੈਂ ਇਹਨਾਂ ਫੈਸਲਿਆਂ ਦੇ ਲਈ ਜਵਾਬਦੇਹੀ ਲੈਣਾ ਚਾਹੁੰਦਾ ਹਾਂ ਅਤੇ ਇੱਥੇ ਕਿਵੇਂ ਪਹੁੰਚੇ। ਮੈਂ ਜਾਣਦਾ ਹਾਂ ਕਿ ਹਰ ਕਿਸੇ ਦੇ ਲਈ ਮੁਸ਼ਕਿਲ ਹੈ ਅਤੇ ਮੈਂ ਉਹਨਾਂ ਲਈ ਖਾਸ ਤੌਰ ਤੇ ਅਫਸੋਸ ਕਰਦਾ ਹਾਂ ਜੋ ਮੇਰੇ ਫੈਸਲੇ ਤੋਂ ਪ੍ਰਭਾਵਿਤ ਹੋਏ ਨੇ। ਫੇਸਬੁੱਕ ਦੀ ਸਥਾਪਨਾ ਸਾਲ 2004 ਵਿੱਚ ਹੋਈ ਸੀ ਅਤੇ ਫਿਰ ਇਸ ਦਾ ਨਾਮ ਬਦਲ ਕੇ ਕੰਪਨੀ ਦਾ ਨਾਮ ਬਦਲ ਕੇ ਮੈਟਾ ਕਰ ਦਿੱਤਾ ਗਿਆ। 18 ਸਾਲ ਵਿੱਚ ਪਹਿਲੀ ਵਾਰ ਇੰਨੇ ਵੱਡੇ ਪੱਧਰ ਤੇ ਲੋਕਾਂ ਨੂੰ ਫੇਸਬੁੱਕ ਤੋਂ ਬੇਦਖਲ ਕੀਤਾ ਜਾ ਰਿਹਾ। ਉਧਰ ਦੁਨੀਆ ਦੇ ਟੌਪ 10 ਸਭ ਤੋਂ ਅਮੀਰ ਆਦਮੀਆਂ ਚੋਂ ਇੱਕ ਜ਼ਕਰਬਰਗ ਹੁਣ ਅਰਬਪਤੀਆਂ ਦੀ ਸੂਚੀ ਚੋਂ 29ਵੇਂ ਸਥਾਨ ਤੇ ਖਿਸਕ ਗਏ ਨੇ। ਫੋਰਬਸ ਦੀ ਰੀਅਲ ਟਾਈਮ ਅਰਬਪਤੀਆਂ ਦੀ ਸੂਚੀ ਦੇ ਅਨੁਸਾਰ ਜ਼ਕਰਬਰਗ ਦੀ ਕੁੱਲ ਜਾਇਦਾਦ ਕੇਵਲ $33.5 ਬਿਲੀਅਨ ਹੈ। ਵਾਈਟ ਹਾਊਸ ਨੇ ਕਿਹਾ ਹੈ ਕਿ ਰਾਸ਼ਟਰਪਤੀ ਜੋ ਬਾਈਡਨ ਦੀ ਅਗਵਾਈ ਵਾਲੀ ਅਮਰੀਕੀ ਸਰਕਾਰ ਰੂਸ ਤੋਂ ਦੂਰੀ ਬਣਾ ਕੇ ਭਾਰਤ ਨਾਲ ਮਿਲ ਕੇ ਕੰਮ ਕਰਨ ਦੇ ਲਈ ਵਚਨਬੱਧ ਹੈ। ਵਾਈਟ ਹਾਊਸ ਦੇ ਅਨੁਸਾਰ ਬਹੁਤ ਸਾਰੇ ਅਜਿਹੇ ਦੇਸ਼ ਨੇ ਜਿਨ੍ਹਾਂ ਨੇ ਮੰਨ ਲਿਆ ਕਿ ਰੂਸ ਊਰਜਾ ਜਾਂ ਸੁਰੱਖਿਆ ਦਾ ਭਰੋਸੇਯੋਗ ਸਰੋਤ ਨਹੀਂ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਮੰਗਲਵਾਰ ਨੂੰ ਕਿਹਾ ਕਿ ਜਦੋਂ ਰੂਸ ਨਾਲ ਭਾਰਤ ਦੇ ਸੰਬੰਧਾਂ ਦੀ ਗੱਲ ਆਉਂਦੀ ਹੈ ਤਾਂ ਅਮਰੀਕਾ ਨੇ ਲਗਾਤਾਰ ਇਹ ਸਪਸ਼ਟ ਕੀਤਾ ਹੈ ਕਿ ਇੱਕ ਅਜਿਹਾ ਰਿਸ਼ਤਾ ਹੈ ਜੋ ਕੋਈ ਦਹਾਕਿਆਂ ਵਿੱਚ ਵਿਕਸਿਤ ਹੈ ਅਤੇ ਮਜ਼ਬੂਤ ਹੋਇਆ। ਅਸਲ ਵਿੱਚ ਇਹ ਸ਼ੀਤ ਯੁੱਧ ਦੌਰਾਨ ਬਣਿਆ ਅਤੇ ਮਜ਼ਬੂਤ ਹੋਇਆ, ਜਦੋਂ ਅਮਰੀਕਾ ਭਾਰਤ ਦੇ ਲਈ ਆਰਥਿਕ ਤੇ ਸੁਰੱਖਿਅਤ ਮਾਮਲਿਆਂ ਵਿੱਚ ਭਾਈਵਾਲੀ ਬਣਨ ਦੀ ਸਥਿਤੀ 'ਚ ਨਹੀਂ ਸੀ। ਹੁਣ ਹਾਲਾਤ ਬਦਲ ਗਏ ਨੇ। ਪ੍ਰਾਈਸ ਨੇ ਕਿਹਾ ਕਿ ਅਮਰੀਕਾ ਨੇ ਆਰਥਿਕ ਤੇ ਸੁਰੱਖਿਆ ਸਮੇਤ ਹਰ ਖੇਤਰ ਵਿੱਚ ਭਾਰਤ ਦੇ ਨਾਲ ਆਪਣੀ ਭਾਈਵਾਲੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ, ਅਸੀਂ ਭਾਰਤ ਤੋਂ ਜਿਸ ਬਦਲਾਅ ਅਤੇ ਪੁਨਰਗਠਨ ਦੀ ਉਮੀਦ ਕਰਦੇ ਹਾਂ, ਉਸ ਨੂੰ ਲੈ ਕੇ ਮੌਜੂਦਾ ਪ੍ਰਸ਼ਾਸਨ ਭਾਰਤ ਨਾਲ ਕੰਮ ਕਰਨ ਦੇ ਲਈ ਵਚਨਬੱਧ ਹੈ। ਅਮਰੀਕਾ 'ਚ ਮੱਧਕਾਲੀ ਚੋਣਾਂ ਹੋਈਆਂ ਅਤੇ ਮੰਗਲਵਾਰ ਨੂੰ ਇਸ ਦੀ VOTING ਵੀ ਹੋਈ। ਵੋਟਰਾਂ ਇਹ ਫੈਸਲਾ ਕਰਨ ਦੇ ਲਈ ਆਪਣੀ ਵੋਟ ਪਾਉਂਦੇ ਨੇ ਕਿ ਸੈਨੇਟ ਅਤੇ ਪ੍ਰਤੀਨਿਧੀ ਸਭਾ ਡੈਮੋਕ੍ਰੇਟਸ ਜਾਂ ਰਿਪਬਲਿਕ ਨੂੰ ਕੌਣ ਕੰਟਰੋਲ ਕਰੇਗਾ। ਤਾਜ਼ਾ ਜਿਹੜੇ ਰੁਝਾਨ ਆਏ ਸੀ ਉਸ ਤੋਂ ਬਾਅਦ ਤਾਂ ਟਰੰਪ ਦੀ ਪਾਰਟੀ ਰਿਪਬਲਿਕਨ 186 ਸੀਟਾਂ ਤੇ ਅੱਗੇ ਚੱਲ ਰਹੀ ਸੀ, ਜਦੋਂ ਕਿ ਡੈਮੋਕ੍ਰੇਟਸ ਪ੍ਰਤੀਨਿਧ ਸਭਾ ਦੀਆਂ ਕੱਲ 162 ਸੀਟਾਂ ਤੇ ਜਦੋਂ ਉਹ ਅੱਗੇ ਸੀ। ਉਸ ਤੋਂ ਬਾਅਦ ਮੀਡੀਆ 'ਚ ਰਿਪੋਰਟਾਂ ਆਈਆਂ ਕਿ 46 ਸੀਟਾਂ ਅੱਗੇ ਚੱਲ ਰਹੀ ਹੈ ਜਿਹੜੀ ਸੈਨੇਟ ਦੇ ਵਿੱਚ ਹੈ ਔਰ ਉਸ ਤੋਂ ਬਾਅਦ ਦੋਵੇਂ ਪਾਰਟੀਆਂ ਨੂੰ ਲੈ ਕੇ ਸਖਤ ਸਥਿਤੀ ਬਣ ਗਈ। ਫਿਰ ਮੀਡੀਆ ਰਿਪੋਰਟਾਂ ਦੇ ਅਨੁਸਾਰ ਸੈਨੇਟ ਦੀ ਕੋਈ ਸੀਟ ਨਹੀਂ ਬਦਲੀ ਗਈ। ਜਾਰਜੀਆ ਤੇ ਪੈਨਸਿਲਵੇਨੀਆ ਸਮੇਤ ਕਈ ਪ੍ਰਮੁੱਖ ਉਮੀਦਵਾਰ ਕਾਲ ਦੇ ਬਹੁਤ ਨੇੜੇ ਆਏ। ਕਾਂਗਰਸ ਦੇ ਕਾਬਜ਼ ਹੋਣ ਦੀ ਲੜਾਈ ਨੇ ਆਪਣਾ ਰੂਪ ਧਾਰਨ ਕਰਨਾ ਸ਼ੁਰੂ ਕਰ ਦਿੱਤਾ ਸੀ, ਕਿਉਂਕਿ ਦੇਸ਼ ਭਰ ਵਿੱਚ ਮੁਕਾਬਲੇਬਾਜ਼ੀ 'ਚ ਵੋਟਾਂ ਦੀ ਗਿਣਤੀ ਜਾਰੀ ਸੀ।
ਰਿਪਬਲਿਕਨਸ ਨੇ ਫਲੋਰੀਡਾ, ਜਾਰਜੀਆ, ਵਰਜੀਨੀਆ ਵਿੱਚ ਡੈਮੋਕ੍ਰੈਟਿਕ ਦੇ ਕਬਜ਼ੇ ਵਾਲੇ ਸਦਨ ਦੀਆਂ ਸੀਟਾਂ ਨੂੰ ਵੀ ਬਦਲਿਆ ਸੀ। ਜਿਵੇਂ ਕਿ ਇਹ CNN ਦੀਆਂ ਰਿਪੋਰਟਾਂ, ਸਦਨ ਦੇ 2 ਮੈਂਬਰਾਂ ਸਮੇਤ ਵਰਜੀਨੀਆ ਵਿੱਚ ਕਈ ਡੈਮੋਕ੍ਰੈਟਿਕ ਅਹੁਦੇਦਾਰਾਂ ਨੇ ਪ੍ਰਤੀਯੋਗੀ ਦੌੜ ਜਿੱਤੀ ਅਤੇ ਹੋਰ ਮੋਹਰੀ ਹੋਏ। ਇਹ ਇਸ ਗੱਲ ਦਾ ਸੰਕੇਤ ਸਨ ਕਿ ਰਿਪਬਲਿਕਨਾਂ ਕੋਲ ਕਿਨਾਰਾ ਹੈ, ਪਰ ਉਹ ਲਹਿਰ ਨਹੀਂ ਜਿਸ ਦੀ ਉਹਨਾਂ ਨੂੰ ਉਮੀਦ ਸੀ। ਇਸ ਦੇ ਨਾਲ ਹੀ 6 ਜਨਵਰੀ ਨੂੰ ਕੈਪੀਟਲ ਤੇ ਹੋਏ ਹਮਲੇ ਦੀ ਜਾਂਚ ਕਰ ਰਹੀ ਹਾਊਸ ਸਿਲੈਕਟ ਕਮੇਟੀ ਦੀ ਮੈਂਬਰ ਲੂਰੀਆ ਆਪਣੀ ਵਰਜੀਨੀਆ ਬੀਚ ਹਾਊਸ ਸੀਟ ਤੋਂ ਹਾਰ ਗਈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਲੱਖਾਂ ਅਮਰੀਕੀਆਂ ਨੇ VOTING ਕੀਤੀ ਸੀ। ਇਸ ਚੋਣ ਦੌਰਾਨ ਅਮਰੀਕੀ ਵੋਟਰਾਂ ਲਈ ਕੁਝ ਪ੍ਰਮੁੱਖ ਮੁੱਦਿਆਂ ਵਿੱਚ ਮਹਿੰਗਾਈ, ਲੋਕਤੰਤਰ ਲਈ ਖਤਰੇ, ਅਪਰਾਧ, ਇਮੀਗ੍ਰੇਸ਼ਨ ਅਤੇ ਸਰਹੱਦੀ ਸੁਰੱਖਿਆ ਤੇ ਗਰਭਪਾਤ ਸ਼ਾਮਲ ਸਨ। ਚੋਣਾਂ ਖਤਮ ਹੋਣ ਤੋਂ ਬਾਅਦ ਆਉਣ ਵਾਲੇ ਹਫ਼ਤਿਆਂ ਲਈ ਮੱਧਮ ਮਿਆਦ ਦੇ ਨਤੀਜੇ ਨਿਵੇਸ਼ਕਾਂ ਅਤੇ ਸਟਾਕ ਮਾਰਕੀਟ ਨੂੰ ਵੀ ਪ੍ਰਭਾਵਿਤ ਕਰਦੇ ਨੇ। ਸਟਾਕ ਮਾਰਕੀਟ ਦੀ ਪ੍ਰਤੀਕਿਰਿਆ ਤੇ ਨਿਰਭਰ ਕਰਦਿਆਂ ਰਹਿਣ ਸਹਿਣ ਦੀ ਵਧ ਰਹੀ ਲਾਗਤ ਅਤੇ ਮਹਿੰਗਾਈ ਵਿੱਚ ਤੇਜ਼ੀ ਵੀ ਆ ਸਕਦੀ ਹੈ। ਸੈਕਰਾਮੈਂਟੋ ਦੇ ਨਾਲ ਲੱਗਦੇ ਸ਼ਹਿਰ ਐਲਕ ਗਰੋਵ ਦੀ ਮੌਜੂਦਾ ਮੇਅਰ ਬੌਬੀ ਸਿੰਘ ਐਲਨ ਭਾਰੀ ਬਹੁਮਤ ਨਾਲ ਦੁਬਾਰਾ ਚੋਣ ਜਿੱਤੇ। ਇਹ ਚੋਣ ਜਿੱਤ ਕੇ ਉਹ ਲਗਾਤਾਰ ਦੂਜੀ ਵਾਰ ਮੇਅਰ ਬਣੇ ਨੇ। ਆਖਰੀ ਖਬਰਾਂ ਮਿਲਣ ਤੱਕ ਉਹਨਾਂ ਨੂੰ ਬਹੁਤ ਸਾਰੀਆਂ ਵੋਟਾਂ ਪੈ ਗਈਆਂ ਸੀ ਔਰ ਉਹ ਜਿੱਤ ਵੀ ਗਏ ਸੀ ਤੇ ਨਾਲ ਦੇ ਨਾਲ ਉਹਨਾਂ ਨੇ ਇਹ ਜਿੱਤ ਜਦੋਂ ਦੁਬਾਰਾ ਹਾਸਲ ਕੀਤੀ ਹੈ ਤਾਂ ਬਹੁਤ ਖੁਸ਼ੀ ਦੀ ਵੀ ਗੱਲ ਹੋਈ ਹੈ, ਕਿਉਂਕਿ ਜ਼ਿਕਰਯੋਗ ਹੈ ਕਿ ਬੌਬੀ ਸਿੰਘ ਐਲਨ ਅਮਰੀਕਾ ਵਿੱਚ ਪਹਿਲੀ ਪੰਜਾਬੀ ਔਰਤ ਵਜੋਂ ਚੋਣ ਜਿੱਤ ਕੇ ਮੇਅਰ ਬਣੇ ਸਨ। ਪਿਛਲੀਆਂ ਚੋਣਾਂ ਵਿੱਚ ਉਹਨਾਂ ਨੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਸੀ। ਉਪਰੰਤ ਐਲਕ ਗਰੋਵ ਸਿਟੀ ਦੇ ਬਹੁਤ ਸਾਰੇ ਪ੍ਰੋਜੈਕਟ ਲਿਆਉਣ ਵਿੱਚ ਉਹਨਾਂ ਨੇ ਭੂਮਿਕਾ ਨਿਭਾਈ, ਜਿਸ ਦੌਰਾਨ ਐਲਕ ਗਰੋਵ ਸਿਟੀ 'ਚ ਕੈਸੀਨੋ ਬਣਨ ਨਾਲ ਸੈਂਕੜੇ ਲੋਕਾਂ ਨੂੰ ਰੁਜ਼ਗਾਰ ਮਿਲਿਆ। ਇਸ ਤੋਂ ਇਲਾਵਾ ਇੱਥੇ ਚਿੜੀਆਘਰ, ਹਸਪੀਟਲ ਅਤੇ ਹੋਰ ਬਹੁਤ ਸਾਰੇ ਪ੍ਰੋਜੈਕਟ ਆ ਰਹੇ ਨੇ। ਲੰਘੀ ਰਾਤ ਜਿੱਤ ਦੌਰਾਨ ਸਹਿਯੋਗੀਆਂ ਦੇ ਇਕੱਠ ਵਿੱਚ ਉਹਨਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ ਔਰ ਇਸ ਮੌਕੇ ਭਾਰਤੀ ਮੂਲ ਦੇ ਕਾਂਗਰਸਮੈਨ ਐਮੀ ਬੈਰਾ ਵੀ ਹਾਜ਼ਰ ਹੋਏ। ਉਹਨਾਂ ਦੇ ਜਿੱਤਣ ਤੇ ਪੰਜਾਬੀ ਭਾਈਚਾਰਿਆਂ ਦਾ ਮਾਣ ਵਧਿਆ। ਵਰਣਨਯੋਗ ਹੈ ਕਿ ਬੌਬੀ ਸਿੰਘ ਦਾ ਪਿਛੋਕੜ ਜਲੰਧਰ ਨਾਲ ਹੈ ਤੇ ਨਾਮਵਰ ਵਿਅਕਤੀ ਲੱਖੀ ਸਿੰਘ ਦੇ ਬੇਟੀ ਨੇ। ਕੈਲੀਫੋਰਨੀਆ ਪੰਜਾਬੀ ਭਾਈਚਾਰੇ ਲਈ ਸਿਆਸੀ ਖੁਸ਼ੀ ਦਾ ਮੌਕਾ ਉਸ ਵੇਲੇ ਮਿਲ ਗਿਆ ਜਦੋਂ ਕੈਲੀਫੋਰਨੀਆ ਦੇ ਡਿਸਟ੍ਰਿਕਟ 35 ਤੋਂ ਪੰਜਾਬੀ ਉਮੀਦਵਾਰ ਡਾਕਟਰ ਜਸਮੀਤ ਕੌਰ ਬੈਂਸ ਅਸੈਂਬਲੀ ਮੈਂਬਰ ਦੀ ਚੋਣ ਜਿੱਤ ਗਏ। ਉਹਨਾਂ ਨੇ ਆਪਣੇ ਵਿਰੋਧੀ ਲਟੇਸੀਆ ਪ੍ਰੇਸ ਨੂੰ ਹਰਾਇਆ। ਭਾਵੇਂ ਕਿ ਲਟੇਸੀਆ ਪ੍ਰੇਸ ਪਿਛਲੇ ਲੰਬੇ ਸਮੇਂ ਤੋਂ ਅਮਰੀਕਨ ਰਾਜਨੀਤੀ ਵਿੱਚ ਨੇ ਅਤੇ ਉਹਨਾਂ ਨੇ ਪ੍ਰਾਇਮਰੀ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਸੀ, ਪਰ ਹੁਣ ਡਾਕਟਰ ਜਸਮੀਤ ਕੌਰ ਬੈਂਸ ਨੇ ਉਲਟ ਫੇਰ ਕਰਦਿਆਂ ਇਸ ਹਲਕੇ ਤੋਂ ਅਸੈਂਬਲੀ ਮੈਂਬਰ ਦੀ ਚੋਣ ਜਿੱਤੀ, ਜਿਸ ਨਾਲ ਸਿੱਖ ਭਾਈਚਾਰਾ ਇਸ ਜਿੱਤ ਨਾਲ ਖੁਸ਼ ਹੈ। ਇਸ ਚੋਣ ਦਾ ਜਿੱਤਣ ਦੇ ਲਈ ਔਰ ਬਹੁਤ ਜ਼ਰੂਰੀ ਸੀ, ਕਿਉਂਕਿ ਜਦੋਂ ਵੀ ਪੰਜਾਬੀ ਪ੍ਰਤੀ ਜਾਂ ਸਿੱਖ ਧਰਮ ਪ੍ਰਤੀ ਕੋਈ ਮਤਾ ਲਿਆਉਣਾ ਹੁੰਦਾ ਸੀ ਤਾਂ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਵਾਲਾ ਕੋਈ ਨਹੀਂ ਸੀ ਹੁੰਦਾ। ਡਾਕਟਰ ਜਸਮੀਤ ਕੌਰ ਬੈਂਸ ਦੇ ਪਿਤਾ ਦਵਿੰਦਰ ਸਿੰਘ ਬੈਂਸ ਟਰਲਕ ਵਿਖੇ ਇੱਕ ਉੱਘੇ ਕਾਰੋਬਾਰੀ ਨੇ ਅਤੇ ਉਹ ਸਿੱਖ ਭਾਈਚਾਰੇ ਵਿੱਚ ਉਹਨਾਂ ਦਾ ਕਾਫੀ ਚੰਗਾ ਅਸਰ ਰਸੂਖ ਹੈ। ਡਾਕਟਰ ਜਸਮੀਤ ਕੌਰ ਬੈਂਸ ਦਾ ਅਸੈਂਬਲੀ ਮੈਂਬਰ ਦੀ ਚੋਣ ਜਿੱਤਣ ਦਾ ਪੰਜਾਬੀਆਂ ਲਈ ਆਉਣ ਵਾਲੇ ਸਮੇਂ 'ਚ ਅਮਰੀਕੀ ਸਿਆਸਤ ਦੇ ਅਖਾੜੇ ਲਈ ਰਾਹ ਖੁੱਲ੍ਹ ਸਕਦਾ ਹੈ। ਇੱਕ ਉਦਯੋਗਪਤੀ ਸਵੈ ਨਿਰਪਤ ਕਰੋੜਪਤੀ ਡੈਮੋਕ੍ਰੇਟ ਸ੍ਰੀ ਥਾਣੇਦਾਰ ਅਤੇ ਪ੍ਰਾਮਿਲਾ ਜੈਪਾਲ ਨੇ ਹਾਊਸ ਆਫ ਰਿਪਰੈਜ਼ੈਂਟੇਟਿਵ ਦੀਆਂ ਚੋਣਾਂ ਜਿੱਤ ਲਈਆਂ ਨੇ। ਅਮਰੀਕਾ ਦੀ ਸੱਤਾਧਾਰੀ ਡੈਮੋਕ੍ਰੈਟਿਕ ਪਾਰਟੀ ਦੇ 4 ਭਾਰਤੀ ਅਮਰੀਕੀ ਨੇਤਾ ਬੁੱਧਵਾਰ ਨੂੰ ਅਮਰੀਕੀ ਪ੍ਰਤੀਨਿਧ ਸਭਾ ਲਈ ਚੁਣੇ ਗਏ ਅਤੇ ਕਈ ਹੋਰ ਦੇਸ਼ ਭਰ ਦੀਆਂ ਮੱਧਕਾਲੀ ਚੋਣਾਂ ਵਿੱਚ ਸੂਬਾਈ ਵਿਧਾਨ ਸਭਾ ਲਈ ਜਿੱਤ ਗਏ। ਇਸ ਦੇ ਨਾਲ ਹੀ ਰਾਜਾ ਕ੍ਰਿਸ਼ਨਾ ਮੂਰਤੀ, ਰਾਓ ਖੰਨਾ ਅਮਰੀਕੀ ਪ੍ਰਤੀਨਿਧ ਸਭਾ ਲਈ ਚੁਣੇ ਗਏ। ਇਹਨਾਂ ਸਾਰਿਆਂ ਦੀ ਜਿੱਤ ਨਾਲ ਸਮੋਸਾ ਕਾਕਸ ਦੀ ਤਾਕਤ ਕਾਂਗਰਸ ਵਿੱਚ ਭਾਰਤੀ ਅਮਰੀਕਨ ਦੇ ਸਮੂਹ ਵਜੋਂ ਗਿਣਤੀ 5 ਹੋ ਜਾਏਗੀ। 67 ਸਾਲ ਦੀ ਥਾਣੇਦਾਰ, ਜਿਸ ਦਾ ਨਾਮ ਕਰਨਾਟਕ ਦੇ ਬੈਲਗਾਮ ਵਿੱਚ ਹੋਇਆ ਹੈ, ਨੇ ਮਿਸ਼ੀਗਨ ਦੇ ਡੈਟਰਾਈਟ ਵਿੱਚ ਇੱਕ ਰਿਪਬਲਿਕਨ ਵਿਰੋਧੀ ਨੂੰ ਹਰਾਇਆ। ਥਾਣੇਦਾਰ, ਜੋ ਹੁਣ ਮਿਸ਼ੀਗਨ ਰਾਜ ਦਾ ਵਿਧਾਇਕ ਹੈ, 2018 ਵਿੱਚ ਗਵਰਨਰ ਦੇ ਲਈ ਡੈਮੋਕ੍ਰੈਟਿਕ ਪਾਰਟੀ ਦੀ ਨਾਮਜ਼ਦਗੀ ਲਈ ਅਸਫਲ ਰਿਹਾ। 1979 ਵਿੱਚ ਅਮਰੀਕਾ ਆਇਆ ਅਤੇ ਕੈਮਿਸਟਰੀ ਵਿੱਚ PhD ਅਤੇ MBA ਕੀਤੀ। ਉਹਨਾਂ ਨੇ ਇੱਕ ਕੰਪਨੀ ਨੂੰ ਖਰੀਦਣ ਲਈ ਕਰਜ਼ਾ ਲਿਆ ਜਿਸ ਲਈ ਉਹ ਕੰਮ ਕਰਦੇ ਸਨ। ਉਹਨਾਂ ਨੇ ਅੱਗੇ ਐਵੋਮੀਨ ਐਨਾਲਿਟੀਕਲ ਸਰਵਿਸਿਜ਼, ਇੱਕ ਰਸਾਇਣਕ ਜਾਂਚ ਪ੍ਰਯੋਗਸ਼ਾਲਾ ਸ਼ੁਰੂ ਕੀਤੀ। ਟੈਕਸਾਸ ਦੀ ਇੱਕ ਅਦਾਲਤ ਨੇ ਕਾਲ ਸੈਂਟਰ ਰਾਹੀਂ ਬੇਕਸੂਰ ਗਾਹਕਾਂ ਨਾਲ ਧੋਖਾਧੜੀ ਕਰਨ ਅਤੇ ਨਿਰਦੋਸ਼ ਗਾਹਕਾਂ ਨੂੰ ਠੱਗਣ ਦੇ ਦੋਸ਼ ਵਿੱਚ ਇੱਕ ਭਾਰਤੀ ਵਿਅਕਤੀ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ। ਵਸੀਮ ਮਕਨੂਜ਼ੀਆ ਨੂੰ 13 ਸਤੰਬਰ 2021 ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਸਜ਼ਾ ਮੰਗਲਵਾਰ 8 ਨਵੰਬਰ 2022 ਨੂੰ ਸੁਣਾਈ ਗਈ। ਰਾਜ ਦੇ ਦੱਖਣੀ ਜ਼ਿਲ੍ਹੇ ਲਈ US ਅਟਾਰਨੀ ਦੇ ਦਫ਼ਤਰ ਤੋਂ ਜਾਰੀ ਇੱਕ ਪ੍ਰੈਸ ਨੋਟ ਦੇ ਅਨੁਸਾਰ ਜ਼ਿਲ੍ਹਾ ਜੱਜ ਲੀ ਐਨ ਹਿਊਜ਼ ਨੇ ਇਸ ਮਾਮਲੇ 'ਚ ਫੈਸਲਾ ਸੁਣਾਉਂਦੇ ਹੋਏ ਮਕਨੂਜ਼ੀਆ ਨੂੰ 60 ਮਹੀਨੇ ਦੀ ਸਜ਼ਾ ਦਾ ਹੁਕਮ ਦਿੱਤਾ। ਵਸੀਮ ਅਮਰੀਕੀ ਨਾਗਰਿਕ ਨਹੀਂ ਹੈ, ਇਸ ਲਈ ਉਸ ਨੂੰ ਕੈਦ ਤੋਂ ਬਾਅਦ ਦੇਸ਼ ਨਿਕਾਲੇ ਦੀ ਕਾਰਵਾਈ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਅਪ੍ਰੈਲ ਅਤੇ ਅਕਤੂਬਰ 2019 ਦੇ ਵਿਚਕਾਰ ਮਕਨੂਜ਼ੀਆ ਭਾਰਤੀ ਕਾਲ ਸੈਂਟਰਾਂ ਰਾਹੀਂ ਅਮਰੀਕੀ ਲੋਕਾਂ ਤੇ ਪੈਸਾ ਵਸੂਲਣ ਲਈ ਇੱਕ ਟੈਲੀਮਾਰਕਟਿੰਗ ਸਕੀਮ ਵਿੱਚ ਸ਼ਾਮਲ ਸੀ। ਭਾਰਤੀ ਨਾਗਰਿਕ ਦੇ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਸੀ। ਉਹਨਾਂ ਨੇ ਉਪਨਾਮ ਅਤੇ ਜਾਲੀ ਪਛਾਣ ਦਸਤਾਵੇਜ਼ਾਂ ਦੀ ਵਰਤੋਂ ਕਰਕੇ 70 ਤੋਂ ਵੱਧ ਪਾਰਸਲ ਪੀੜਤਾਂ ਨੂੰ ਈਮੇਲ ਕੀਤੇ ਸਨ।
ਮਿਹਨਤ, ਲਗਨ ਤੇ ਸੇਵਾ ਭਾਵਨਾ ਦੇ ਲਈ ਦੁਨੀਆ ਭਰ ਵਿੱਚ ਜਾਣੇ ਜਾਂਦੇ ਪੰਜਾਬੀ ਕੈਨੇਡਾ 'ਚ ਚੰਗਾ ਮੁਕਾਮ ਹਾਸਲ ਕਰ ਚੁੱਕੇ ਨੇ। ਤਾਜ਼ਾ ਖਬਰ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਵਿਲੀਅਮ ਲੇਕ ਨਾਲ ਸੰਬੰਧਿਤ ਹੈ, ਜਿੱਥੋਂ ਦੇ ਮੇਅਰ ਪੰਜਾਬ ਦੇ ਫਗਵਾੜਾ ਨਾਲ ਸੰਬੰਧਿਤ ਸੁਰਿੰਦਰਪਾਲ ਰਠੌਰ ਮੇਅਰ ਬਣੇ ਨੇ ਤੇ ਉਹਨਾਂ ਨੇ ਮੇਅਰ ਦਾ ਅਹੁਦਾ ਸੰਭਾਲ ਲਿਆ ਹੈ। ਸੁਰਿੰਦਰਪਾਲ ਰਠੌਰ ਦੇ ਪਿਤਾ ਭਾਰਤੀ ਫੌਜ ਵਿੱਚ ਕਰਨਲ ਸਨ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਅਗਵਾਈ ਵਾਲੀ ਅਮਰੀਕੀ ਸਰਕਾਰ ਨੇ ਅਮਰੀਕਾ ਅਤੇ ਸੰਯੁਕਤ ਰਾਸ਼ਟਰ ਦੇ ਹਥਿਆਰਾਂ ਨਾਲ ਜੁੜੇ ਨਿਯਮਾਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ ਉੱਤਰੀ ਕੋਰੀਆ ਅਤੇ ਮਿਆਂਮਾਰ ਦੇ ਹਵਾਬਾਜ਼ੀ ਅਤੇ ਰੱਖਿਆ ਖੇਤਰਾਂ ਤੇ ਵੀ ਪਾਬੰਦੀਆਂ ਲਗਾ ਦਿੱਤੀਆਂ ਨੇ। ਮਾਲ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਉਹਨਾਂ ਨੇ ਉੱਤਰੀ ਕੋਰੀਆ ਦੀ ਸਰਕਾਰੀ 에ਅਰਲਾਈਨ 에ਅਰ ਕੋਰੀਓ ਦੇ 2 ਏਜੰਟਾਂ ਨੂੰ ਜੁਰਮਾਨਾ ਕੀਤਾ ਅਤੇ ਪਹਿਲਾਂ ਹੀ ਪਾਬੰਦੀਆਂ ਦਾ ਸਾਹਮਣਾ ਕਰ ਰਹੀ ਉੱਤਰੀ ਕੋਰੀਆ ਦੀ ਸਾਈਬਰ ਏਜੰਸੀ ਤੇ ਪਾਬੰਦੀਆਂ ਦਾ ਨਵੀਨੀਕਰਨ ਕੀਤਾ ਹੈ। ਅਮਰੀਕਾ ਦਾ ਦੋਸ਼ ਹੈ ਕਿ ਸਾਈਬਰ ਏਜੰਸੀ ਉੱਤਰੀ ਕੋਰੀਆ ਦੇ ਹਥਿਆਰਾਂ ਦੇ ਪ੍ਰੋਗਰਾਮ ਨੂੰ ਫੰਡ ਦੇਣ ਦੇ ਲਈ ਕ੍ਰਿਪਟੋ ਕਰੰਸੀ ਚੋਰੀ ਕਰਕੇ ਫੰਡ ਇਕੱਠਾ ਕਰ ਰਹੀ ਹੈ। ਵਿਭਾਗ ਨੇ ਮਿਆਂਮਾਰ ਸਥਿਤ 에ਅਰਲਾਈਨ ਸਕਾਈ ਐਵੀਏਟਰ ਕੰਪਨੀ ਲਿਮਟਿਡ ਅਤੇ ਉਸਦੇ ਮਾਲਕਾਂ ਵਿਰੁੱਧ ਪਾਬੰਦੀਆਂ ਦਾ ਐਲਾਨ ਵੀ ਕੀਤਾ। ਉਸ ਦਾ ਦੋਸ਼ ਹੈ ਕਿ ਕੰਪਨੀ ਨੇ ਫੈਬਰੂਅਰੀ 2021 ਦੇ ਤਖਤਾ ਪਲਟ ਦੌਰਾਨ ਦੇਸ਼ ਦੀ ਫੌਜੀ ਸਰਕਾਰ ਨੂੰ ਹਥਿਆਰ ਖਰੀਦਣ ਦੇ ਲਈ ਫੰਡ ਦਿੱਤਾ ਸੀ। ਉੱਤਰੀ ਕੋਰੀਆ ਏਜੰਟ ਅਤੇ ਚੀਨ ਦੇ ਰਹਿਣ ਵਾਲੇ 에ਅਰ ਕੋਰੀਓ ਦੇ ਪ੍ਰਤੀਨਿਧ ਰੀ ਸਿਓਕ ਅਤੇ 에ਅਰਲਾਈਨ ਦੇ ਲੌਜਿਸਟਿਕ ਮੈਨੇਜਰ ਯਾਨ ਜ਼ਿਹੋਂਗ ਨੂੰ ਉੱਤਰੀ ਕੋਰੀਆ ਦੇ ਪਰਮਾਣੂ ਹਥਿਆਰ ਪ੍ਰੋਗਰਾਮ ਅਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਦਾ ਸਮਰਥਨ ਕਰਨ ਦੇ ਲਈ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਉੱਤਰੀ ਕੋਰੀਆ ਵਿੱਚ ਹਥਿਆਰਾਂ ਦੇ ਨਿਰਮਾਣ ਨਾਲ ਸੰਬੰਧਿਤ ਮੁੱਖ ਸਮੱਗਰੀਆਂ ਨੂੰ ਮੁੱਖ ਤੌਰ ਤੇ ਚੀਨ ਤੋਂ ਲਿਜਾਣ ਦੇ ਦੋਸ਼ ਵਿੱਚ 에ਅਰ ਕੋਰੀਓ ਪਹਿਲਾਂ ਹੀ ਪਾਬੰਦੀਆਂ ਦਾ ਸਾਹਮਣਾ ਕਰ ਰਹੀ ਹੈ। ਅਮਰੀਕਾ ਦੇ ਮੈਸਾਚੁਸੇਟਸ ਰਾਜ ਦੀ ਰਾਜਧਾਨੀ ਬੋਸਟਨ 'ਚ ਵੱਖ-ਵੱਖ ਥਾਵਾਂ ਤੇ ਵਾਪਰੀਆਂ ਗੋਲੀਬਾਰੀ ਦੀਆਂ 3 ਘਟਨਾਵਾਂ 'ਚ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ 5 ਹੋਰ ਜ਼ਖਮੀ ਹੋ ਗਏ। ਪੁਲਿਸ ਦੇ ਅਨੁਸਾਰ ਗੋਲੀਬਾਰੀ ਦੀਆਂ ਘਟਨਾਵਾਂ 1 ਘੰਟੇ ਦੇ ਸਮੇਂ ਦੌਰਾਨ ਵਾਪਰੀਆਂ। ਪੁਲਿਸ ਵਿਭਾਗ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ ਪਹਿਲੀ ਘਟਨਾ ਸ਼ਾਮ 6 ਵਜੇ ਦੇ ਕਰੀਬ ਮਾਟਾਪਨ ਵਿੱਚ ਵਾਪਰੀ, ਜਿੱਥੋਂ ਦੇ ਲੋਕਾਂ ਨੂੰ ਗੋਲੀ ਮਾਰੀ ਗਈ। ਪੁਲਿਸ ਨੇ ਦੋਨਾਂ ਨੂੰ ਹਸਪਤਾਲ ਦਾਖਲ ਕਰਵਾਇਆ, ਜਿੱਥੇ ਇੱਕ ਵਿਅਕਤੀ ਦਮ ਤੋੜ ਗਿਆ। ਦੂਸਰੇ ਵਿਅਕਤੀ ਦੀ ਹਾਲਤ ਖਤਰੇ ਤੋਂ ਬਾਹਰ ਹੈ। ਮ੍ਰਿਤਕ ਦੀ ਪਛਾਣ 48 ਸਾਲਾ ਐਡਵਿਨ ਪਜ਼ਾਰੋ ਵਜੋਂ ਹੋਈ ਹੈ। ਪੁਲਿਸ ਨੂੰ ਇਸ ਦੇ 30 ਮਿੰਟ ਬਾਅਦ ਸ਼ਹਿਰ ਦੇ ਨੇੜੇ ਡਾਰਚੈਸਟਰ ਖੇਤਰ ਵਿੱਚ ਗੋਲੀ ਚੱਲਣ ਦੀ ਸੂਚਨਾ ਮਿਲੀ, ਜਿੱਥੇ ਇੱਕ ਬਾਲਗ ਵਿਅਕਤੀ ਨੂੰ ਗੋਲੀ ਮਾਰੀ ਗਈ, ਜਿਸ ਦੀ ਹਾਲਤ ਗੰਭੀਰ ਹੈ। 15 ਮਿੰਟ ਬਾਅਦ ਗੋਲੀਬਾਰੀ ਦੀ ਇੱਕ ਹੋਰ ਘਟਨਾ ਹਾਈਡ ਪਾਰਕ ਵਿੱਚ ਵਾਪਰੀ, ਜਿਸ ਵਿੱਚ 3 ਵਿਅਕਤੀ ਜ਼ਖਮੀ ਹੋਏ ਨੇ। ਕਿ ਇਹਨਾਂ ਘਟਨਾਵਾਂ ਦਾ ਆਪਸ 'ਚ ਕੋਈ ਸੰਬੰਧ ਹੈ ਬਾਰੇ ਪੁਲਿਸ ਹਲੇ ਜਾਂਚ ਕਰ ਰਹੀ ਹੈ। ਪੁਲਿਸ ਨੇ ਬੋਸਟਨ ਤੋਂ 17 ਮੀਲ ਦੂਰ ਬ੍ਰੌਕਟਨ ਵਿੱਚ ਇੱਕ 24 ਸਾਲਾ ਵਿਅਕਤੀ ਅਖਵਾਨ ਹਡਸਨ ਨੂੰ ਹਿਰਾਸਤ ਵਿੱਚ ਲਿਆ, ਜਿਨ੍ਹਾਂ ਦੇ ਇਹਨਾਂ ਗੋਲੀਬਾਰੀ ਦੀਆਂ ਘਟਨਾਵਾਂ 'ਚ ਸ਼ਾਮਲ ਹੋਣ ਦਾ ਸ਼ੱਕ ਵੀ ਹੈ। ਇਸ ਬਾਰੇ ਪੁਲਿਸ ਨੇ ਅਜੇ ਹੋਰ ਬਹੁਤੀ ਜਾਣਕਾਰੀ ਨਹੀਂ ਦਿੱਤੀ ਹੈ। ਸਾਊਦੀ ਅਰਬ ਨੇ ਇੱਕ ਅਮਰੀਕੀ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ। ਉਹ ਆਪਣੇ ਸਾਬਕਾ ਸਾਊਦੀ ਪਤੀ ਦੇ ਇਤਰਾਜ਼ਾਂ ਕਾਰਨ ਆਪਣੀ 8 ਸਾਲਾ ਛੋਟੀ ਬੇਟੀ ਨਾਲ ਅਮਰੀਕਾ ਵਾਪਸ ਪਰਤਣ ਦੇ ਲਈ ਸੰਘਰਸ਼ ਕਰ ਰਹੀ ਹੈ, ਪਰ ਸਾਊਦੀ ਅਰਬ ਦੇ ਸਖਤ ਮਰਦ ਸੁਰੱਖਿਆ ਕਾਨੂੰਨ ਕਾਰਨ ਇਹ ਮੁਸ਼ਕਿਲ ਹੋ ਗਿਆ ਹੈ। ਬਿਲਕੁਲ, ਵਾਸ਼ਿੰਗਟਨ ਸਥਿਤ ਫਰੀडम ਇਨੀਸ਼ੀਏਟਿਵ ਦੇ ਮੁਤਾਬਕ ਕਾਰਲੀ ਮੌਰਿਸ ਨੂੰ ਸੋਮਵਾਰ ਨੂੰ ਸਾਊਦੀ ਅਰਬ ਦੇ ਉੱਤਰ ਮੱਧ ਬਰਦਾਹ 'ਚ ਇੱਕ ਪੁਲਿਸ ਸਟੇਸ਼ਨ ਵਿੱਚ ਬੁਲਾਇਆ ਗਿਆ ਔਰ ਜਿਸ ਨੂੰ ਹਾਲੇ ਤੱਕ ਰਿਹਾ ਨਹੀਂ ਕੀਤਾ ਗਿਆ। ਫਰੀडम ਇਨੀਸ਼ੀਏਟਿਵ ਸਮੂਹ ਮੱਧ ਪੂਰਬ ਵਿੱਚ ਗਲਤ ਤਰੀਕੇ ਨਾਲ ਹਿਰਾਸਤ 'ਚ ਲਏ ਗਏ ਲੋਕਾਂ ਦੀ ਵਕਾਲਤ ਕਰਦਾ ਹੈ। ਮੌਰਿਸ ਨੇ ਹਾਲੀਆ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਆਪਣੇ ਹਾਲਾਤਾਂ ਦੀ ਚਰਚਾ ਕੀਤੀ ਸੀ। ਉਸਨੇ 2019 'ਚ ਸਾਊਦੀ ਅਰਬ ਦੀ ਯਾਤਰਾ ਕੀਤੀ। ਉਹ ਕੇਵਲ ਕੁਝ ਸਮੇਂ ਦੇ ਲਈ ਬੇਟੀ ਨਾਲ ਸਾਊਦੀ ਅਰਬ ਰੁਕਣਾ ਚਾਹੁੰਦੀ ਸੀ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੈਡ ਪ੍ਰਾਈਸ ਨੇ ਵਾਸ਼ਿੰਗਟਨ 'ਚ ਮੰਗਲਵਾਰ ਨੂੰ ਕਿਹਾ ਕਿ ਰਿਆਦ ਸਥਿਤ ਸਾਡਾ ਦੂਤਘਰ ਇਸ ਮਾਮਲੇ ਤੇ ਨਜ਼ਰ ਰੱਖ ਰਿਹਾ ਹੈ। ਟਵਿੱਟਰ ਤੋਂ ਬਾਅਦ ਫੇਸਬੁੱਕ ਦੀ ਪੇਰੈਂਟ ਕੰਪਨੀ ਮੇਟਾ ਨੇ ਨੌਕਰੀ 'ਚ ਛਾਂਟੀ ਕਰਨ ਦਾ ਅਹਿਮ ਫੈਸਲਾ ਲਿਆ। ਬੁੱਧਵਾਰ ਨੂੰ ਮੇਟਾ ਪਲੇਟਫਾਰਮਿੰਗ ਨੇ ਐਲਾਨ ਕੀਤਾ ਕਿ ਉਹ ਆਪਣੇ 13% ਕਰਮਚਾਰੀਆਂ ਯਾਨੀ ਕਿ 11,000 ਤੋਂ ਵੱਧ ਕਰਮਚਾਰੀਆਂ ਦੀ ਛਾਂਟੀ ਕਰ ਰਹੀ ਹੈ। ਫੇਸਬੁੱਕ ਦੀ ਮੂਲ ਕੰਪਨੀ ਮੇਟਾ ਨੇ ਐਲਾਨ ਕੀਤਾ ਕਿ ਉਹ ਨਿਰਾਸ਼ਾਜਨਕ ਕਮਾਈ ਅਤੇ ਮਾਲੀਏ ਵਿੱਚ ਗਿਰਾਵਟ ਦੀ ਭਰਪਾਈ ਕਰਨ ਦੇ ਲਈ 11,000 ਤੋਂ ਵੱਧ ਕਰਮਚਾਰੀਆਂ ਦੀ ਛਾਂਟੀ ਕੀਤੀ ਹੈ। ਹਾਲ ਹੀ ਵਿੱਚ ਤਕਨੀਕੀ ਸੰਸਾਰ ਵਿੱਚ ਨੌਕਰੀਆਂ 'ਚ ਭਾਰੀ ਕਟੌਤੀ ਦੇ ਮਾਮਲੇ ਸਾਹਮਣੇ ਆਏ ਨੇ। ਕੰਪਨੀ ਦੇ ਮਾਲਕ ਮਾਰਕ ਜ਼ਕਰਬਰਗ ਨੇ ਕਿਹਾ ਕਿ ਫੇਸਬੁੱਕ ਦੀ ਮੂਲ ਕੰਪਨੀ ਮੇਟਾ 11,000 ਤੋਂ ਵੱਧ ਕਰਮਚਾਰੀਆਂ ਦੀ ਛੁੱਟੀ ਕਰੇਗੀ, ਜੋ ਖੁਦ ਕਿਹਾ ਸੀ ਉਹਨਾਂ ਨੇ ਇਹ ਸਭ ਤੋਂ ਮੁਸ਼ਕਲ ਤਬਦੀਲੀ ਵੀ ਹੈ ਜੋ ਮੈਂ ਮੇਟਾ ਦੇ ਇਤਿਹਾਸ ਵਿੱਚ ਕੀਤੀ ਹੈ। ਮੇਟਾ ਪਲੇਟਫਾਰਮ ਇੰਕ ਨੇ ਕਿਹਾ ਹੈ ਕਿ ਉਸਨੇ ਆਪਣੇ 13% ਕਰਮਚਾਰੀਆਂ ਨੂੰ ਕੱਢਣ ਦਾ ਜਦੋਂ ਫੈਸਲਾ ਕੀਤਾ ਹੈ ਤਾਂ ਇਸ ਦੇ ਪਿੱਛੇ ਬਹੁਤ ਵੱਡੇ ਕਾਰਨ ਨੇ। ਵੱਡੀ ਤਕਨੀਕੀ ਕੰਪਨੀ ਨੇ ਨੌਕਰੀਆਂ ਵਿੱਚ ਭਾਰੀ ਕਟੌਤੀ ਦਾ ਐਲਾਨ ਕਰ ਦਿੱਤਾ ਹੈ। ਕ੍ਰੈਮਲਿਨ ਨੇ ਸੋਮਵਾਰ ਨੂੰ ਵਾਲ ਸਟਰੀਟ ਜਰਨਲ ਦੀ ਇੱਕ ਰਿਪੋਰਟ ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਕਿ ਇੱਕ ਅਮਰੀਕੀ ਅਧਿਕਾਰੀ ਨੇ ਰੂਸ ਯੂਕਰੇਨ ਯੁੱਧ ਅਤੇ ਇਸ ਨੂੰ ਵਧਣ ਤੋਂ ਰੋਕਣ ਦੇ ਲਈ ਚੋਟੀ ਦੇ ਰੂਸੀ ਅਧਿਕਾਰੀਆਂ ਨਾਲ ਗੁਪਤ ਤੌਰ ਤੇ ਗੱਲਬਾਤ ਕੀਤੀ। ਵਾਲ ਸਟਰੀਟ ਜਰਨਲ ਦੀ ਰਿਪੋਰਟ ਦੇ ਮੁਤਾਬਕ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸਹਿਯੋਗੀਆਂ ਨਾਲ ਗੱਲਬਾਤ ਕੀਤੀ ਹੈ। ਯੂਕਰੇਨ ਵਿੱਚ ਯੁੱਧ ਦੇ ਵਧਣ ਅਤੇ ਪਰਮਾਣੂ ਹਥਿਆਰਾਂ ਵੱਲ ਜਾਣ ਦੇ ਲਈ ਜ਼ੋਖਮ ਨੂੰ ਘਟਾਉਣ ਦੇ ਲਈ ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਮੀਡੀਆ ਨੂੰ ਕਿਹਾ ਹੈ ਕਿ ਅਸੀਂ ਇਸ ਰਿਪੋਰਟ ਬਾਰੇ ਕੁਝ ਨਹੀਂ ਕਹਾਂਗੇ। ਉਹ ਅੱਗੇ ਕਹਿੰਦੇ ਨੇ ਕਿ ਮੈਂ ਇੱਕ ਵਾਰ ਫਿਰ ਦੁਹਰਾਉਂਦਾ ਹਾਂ ਕਿ ਕੁਝ ਰਿਪੋਰਟਾਂ ਵਿੱਚ ਸੱਚਾਈ ਹੈ, ਪਰ ਜ਼ਿਆਦਾਤਰ ਖਬਰਾਂ ਕੇਵਲ ਅਟਕਲਾਂ ਨੇ। ਉਹਨਾਂ ਨੇ ਪੱਤਰਕਾਰਾਂ ਨੂੰ ਵਾਈਟ ਹਾਊਸ ਜਾਂ ਪ੍ਰਕਾਸ਼ਨ ਨਾਲ ਸੰਪਰਕ ਕਰਨ ਦੇ ਲਈ ਕਿਹਾ। ਉਹਨਾਂ ਨੇ ਇਹ ਵੀ ਕਿਹਾ ਕਿ ਰੂਸ ਹਮੇਸ਼ਾ ਗੱਲਬਾਤ ਦੇ ਲਈ ਤਿਆਰ ਰਹਿੰਦਾ ਹੈ, ਪਰ ਕੀਵ ਵੱਲੋਂ ਰੂਸ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਾਰਨ ਅਸੀਂ ਗੱਲਬਾਤ ਕਰਨ ਤੋਂ ਅਸਮਰੱਥ ਹਾਂ। ਦਮਿਤਰੀ ਪੈਸਕੋਵ ਅੱਗੇ ਕਹਿੰਦੇ ਨੇ ਕਿ ਹਾਲ ਹੀ ਦੇ ਮਹੀਨਿਆਂ ਵਿੱਚ ਅਮਰੀਕਾ ਅਤੇ ਰੂਸੀ ਅਧਿਕਾਰੀਆਂ ਵਿਚਕਾਰ ਕੁਝ ਉੱਚ ਪੱਧਰੀ ਗੱਲਬਾਤ ਨੂੰ ਜਨਤਕ ਕੀਤਾ ਗਿਆ, ਕਿਉਂਕਿ ਵਾਸ਼ਿੰਗਟਨ ਜ਼ੋਰ ਦੇ ਰਿਹਾ ਕਿ ਯੂਕਰੇਨ ਵਿੱਚ ਜੰਗ ਨੂੰ ਖਤਮ ਕਰਨ ਦੇ ਲਈ ਮਾਸਕੋ ਤੇ ਕੀਵ ਵਿਚਕਾਰ ਗੱਲਬਾਤ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼ੁੱਕਰਵਾਰ ਨੂੰ ਕੀਵ ਦੇ ਦੌਰੇ ਤੇ ਗਏ ਸੀ। ਉਹਨਾਂ ਨੇ ਯੂਕਰੇਨ ਨੂੰ ਅਮਰੀਕੀ ਸਮਰਥਨ ਦੇਣ ਦੇ ਲਈ ਦ੍ਰਿੜ ਅਤੇ ਮਜ਼ਬੂਤ ਇਰਾਦਾ ਜ਼ਾਹਿਰ ਕੀਤਾ ਸੀ। ਇਸ ਦੌਰਾਨ ਵਾਲ ਸਟਰੀਟ ਜਰਨਲ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਅਮਰੀਕੀ ਅਧਿਕਾਰੀਆਂ ਨੇ ਜੰਗ ਨੂੰ ਅੱਗੇ ਵਧਣ ਤੋਂ ਰੋਕਣ ਦੇ ਲਈ ਰੂਸੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਹਾਲਾਂਕਿ ਗੱਲਬਾਤ ਪਹਿਲਾਂ ਤੋਂ ਤੈਅ ਨਹੀਂ ਸੀ ਅਤੇ ਗੱਲਬਾਤ ਗੁਪਤ ਤਰੀਕੇ ਦੇ ਨਾਲ ਹੋਈ ਸੀ। ਕੈਨੇਡਾ ਸਰਕਾਰ ਹਾਈ ਸਪੀਡ ਇੰਟਰਨੈਟ ਲਿਆਉਣ ਦੇ ਉਦੇਸ਼ ਨਾਲ $500 ਮਿਲੀਅਨ ਦਾ ਵਾਧੂ ਨਿਵੇਸ਼ ਕਰੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿਊ ਬਰਨਜ਼ਵਿਕ ਵਿਖੇ ਇੱਕ ਦਾ ਐਲਾਨ ਕੀਤਾ ਹੈ ਔਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਨਿਊ ਬਰਨਜ਼ਵਿਕ ਵਿਖੇ ਇੱਕ ਨਿਊਜ਼ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਸਰਕਾਰ ਵੱਲੋਂ ਦੇਸ਼ ਭਰ ਦੇ ਹੋਰ ਕੈਨੇਡੀਅਨਸ ਤੱਕ ਹਾਈ ਸਪੀਡ ਇੰਟਰਨੈਟ ਲਿਆਉਣ ਦੇ ਉਦੇਸ਼ ਨਾਲ $500 ਮਿਲੀਅਨ ਦਾ ਵਾਧੂ ਨਿਵੇਸ਼ ਕੀਤਾ ਜਾਏਗਾ। ਉਹਨਾਂ ਨੇ ਕਿਹਾ ਕਿ ਇਸ ਨਿਵੇਸ਼ ਦੇ ਨਾਲ ਲਗਭਗ 60,000 ਘਰਾਂ ਨੂੰ ਹਾਈ ਸਪੀਡ ਇੰਟਰਨੈਟ ਦੀ ਵਰਤੋਂ ਕਰਨ ਵਿੱਚ ਮਦਦ ਵੀ ਮਿਲੇਗੀ। ਕੈਨੇਡਾ ਵਿੱਚ ਨਵੇਂ ਨਿਯੁਕਤ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਦੇ ਸਵਾਗਤ ਦੇ ਲਈ ਇੰਡੋ ਕੈਨੇਡਾ ਚੈਂਬਰ ਆਫ ਕਮਰਸ ਵੱਲੋਂ ਇੱਕ ਵੈਲਕਮ ਡਿਨਰ ਰਿਸੈਪਸ਼ਨ ਆਯੋਜਿਤ ਕੀਤੀ ਗਈ। ਇਸ ਦੌਰਾਨ ਭਾਰਤੀ ਕੌਂਸਲੇਟ ਜਨਰਲ ਅਪੂਰਵਾ ਸ੍ਰੀਵਾਸਤਵ ਦੇ ਨਾਲ ਕਈ ਹੋਰ ਸ਼ਖਸੀਅਤਾਂ ਵੱਲੋਂ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਗਈ, ਜਿਨ੍ਹਾਂ ਤੇ ਤਹਿ ਦਿਲੋਂ ਸੰਜੇ ਕੁਮਾਰ ਵਰਮਾ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਇੰਡੋ ਕੈਨੇਡਾ ਚੈਂਬਰ ਆਫ ਕਮਰਸ ਦੇ ਪ੍ਰੈਜ਼ੀਡੈਂਟ ਵੱਲੋਂ ਲੋਕਾਂ ਦਾ ਧੰਨਵਾਦ ਕੀਤਾ ਗਿਆ। ਯਾਦ ਰਹੇ ਕਿ ਸੰਜੇ ਕੁਮਾਰ ਵਰਮਾ ਓਟਾਵਾ ਵਿੱਚ ਨਵੇਂ ਭਾਰਤੀ ਹਾਈ ਕਮਿਸ਼ਨਰ ਦੀ ਭੂਮਿਕਾ ਨਿਭਾਉਣਗੇ। ਕਿੰਗ ਚਾਰਲਸ ਅਤੇ ਉਹਨਾਂ ਦੀ ਪਤਨੀ ਮਹਾਰਾਣੀ ਕੈਮਿਲਾ ਤੇ ਆਂਡਾ ਸੁੱਟਣ ਤੋਂ ਬਾਅਦ ਬੁੱਧਵਾਰ ਨੂੰ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ। ਯਾਰਕ ਵਿੱਚ ਇੱਕ ਪਰੰਪਰਾਗਤ ਸਮਾਗਮ ਦੇ ਲਈ ਪਹੁੰਚੇ ਬ੍ਰਿਟਿਸ਼ ਬਾਦਸ਼ਾਹ ਅਤੇ ਉਸ ਦੀ ਪਤਨੀ ਉੱਤੇ ਇੱਕ ਆਂਡਾ ਸੁੱਟਿਆ ਗਿਆ। ਦੋਵੇਂ ਇਸ ਘਟਨਾ ਤੋਂ ਬੇਖਬਰ ਨਜ਼ਰ ਆ ਰਹੇ ਸਨ। ਨਾਅਰੇਬਾਜ਼ੀ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈਣ ਦੇ ਲਈ ਪੁਲਿਸ ਅਧਿਕਾਰੀ ਉੱਥੇ ਪਹੁੰਚੇ। ਆਪਣੀ ਮਾਂ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਸਤੰਬਰ ਵਿੱਚ ਗੱਦੀ ਸੰਭਾਲਣ ਵਾਲੇ ਚਾਰਲਸ ਇਸ ਸਮੇਂ ਉੱਤਰੀ ਇੰਗਲੈਂਡ ਦੇ 2 ਦਿਨਾਂ ਦੌਰੇ ਤੇ ਨੇ। ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਤੋਂ ਬਾਅਦ ਰਾਜਾ ਚਾਰਲਸ III ਬ੍ਰਿਟੇਨ ਦਾ ਨਵਾਂ ਬਾਦਸ਼ਾਹ ਬਣ ਗਏ ਹੈ। ਐਕਸ਼ਨ ਕੌਂਸਲ ਨੇ ਇੱਕ ਇਤਿਹਾਸਕ ਸਮਾਰੋਹ ਦਾ ਆਯੋਜਨ ਕਰਕੇ ਇਸ ਦਾ ਅਧਿਕਾਰਤ ਐਲਾਨ ਕੀਤਾ ਸੀ। ਸਮਾਰੋਹ ਵਿੱਚ ਰਾਜਾ ਚਾਰਲਸ ਨੇ ਵੀ ਮਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਮਹਾਰਾਣੀ ਐਲਿਜ਼ਾਬੈਥ II ਦੀ ਪਾਲਣਾ ਕਰਨ ਦਾ ਵਾਅਦਾ ਕੀਤਾ। ਨਨਕਾਣਾ ਸਾਹਿਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਸੰਬੰਧੀ ਚੱਲ ਰਹੇ 3 ਰੋਜ਼ਾ ਸਮਾਗਮ ਕੱਲ੍ਹ ਸਮਾਪਤ ਹੋ ਗਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋਈ ਯੋਜਨਾ ਵਿਕਾਸ ਮੰਤਰੀ ਅਹਿਸਾਨ ਇਕਬਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਹਿਣਸ਼ੀਲਤਾ, ਸਮਾਨਤਾ, ਸਰਬ ਧਰਮ ਸਦਭਾਵਨਾ ਅਤੇ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਨੂੰ ਦਰਸਾਉਂਦੀਆਂ ਨੇ। ਗੁਰੂ ਜੀ ਨੇ ਭੇਦਭਾਵ ਰਹਿਤ ਸਮਾਜ ਦਾ ਉਪਦੇਸ਼ ਦਿੱਤਾ। ਇਸ ਸਮਾਗਮ ਵਿੱਚ ਪਾਕਿਸਤਾਨ ਸਮੇਤ ਭਾਰਤ, ਕੈਨੇਡਾ, ਯੂਰਪ ਤੋਂ ਹਜ਼ਾਰਾਂ ਸਿੱਖ ਸ਼ਰਧਾਲੂਆਂ ਨੇ ਹਿੱਸਾ ਲਿਆ। ਪਾਕਿਸਤਾਨ ਵਕਫ ਬੋਰਡ ਦੇ ਚੇਅਰਮੈਨ ਹਬੀਬੁਰ ਰਹਿਮਾਨ ਗਿਲਾਨੀ ਨੇ ਕਿਹਾ ਕਿ ਸਿੱਖ ਵਿਰਾਸਤ ਦੇ ਲਈ ਨਨਕਾਣਾ ਸਾਹਿਬ ਵਿੱਚ ਇੱਕ ਲਾਇਬ੍ਰੇਰੀ ਅਤੇ ਇੱਕ ਅਜਾਇਬ ਘਰ ਦੀ ਸਥਾਪਨਾ ਦਾ ਕੰਮ ਵੀ ਜਾਰੀ ਹੈ ਅਤੇ ਦੋਵੇਂ ਕੰਮ ਜਲਦ ਪੂਰੇ ਹੋਣਗੇ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਿੱਖ ਸ਼ਰਧਾਲੂਆਂ ਦੀ ਸਹੂਲਤ ਲਈ ਜੋ ਕੋਸ਼ਿਸ਼ਾਂ ਕੀਤੀਆਂ ਉਹ ਪ੍ਰਸ਼ੰਸਾਯੋਗ ਨੇ। ਰੂਸ ਦੀ ਫੌਜ ਨੇ ਐਲਾਨ ਕੀਤਾ ਹੈ ਕਿ ਉਹ ਯੂਕਰੇਨ ਦੇ ਦੱਖਣੀ ਸ਼ਹਿਰ ਖੇਰਸਨ ਅਤੇ ਨੇੜਲੇ ਇਲਾਕਿਆਂ ਤੋਂ ਪਿੱਛੇ ਹਟ ਰਹੀ ਹੈ, ਜਿਸ ਨਾਲ 8 ਮਹੀਨੇ ਪੁਰਾਣੇ ਯੁੱਧ ਵਿੱਚ ਮਾਸਕੋ ਦੀਆਂ ਫੌਜਾਂ ਲਈ ਇੱਕ ਹੋਰ ਸ਼ਰਮਨਾਕ ਝਟਕਾ ਹੋਏਗਾ। ਯੂਕਰੇਨ ਦੇ ਅਧਿਕਾਰੀਆਂ ਨੇ ਤੁਰੰਤ ਇਸ ਕਦਮ ਦੀ ਪੁਸ਼ਟੀ ਨਹੀਂ ਕੀਤੀ ਹੈ, ਜਦੋਂ ਕਿ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਹਾਲ ਹੀ ਦੇ 2 ਦਿਨਾਂ 'ਚ ਕਿਹਾ ਸੀਗਾ ਕਿ ਰੂਸੀ ਯੂਕਰੇਨੀ ਫੌਜਾਂ ਨੂੰ ਇੱਕ ਫਸਵੀਂ ਲੜਾਈ ਵਿੱਚ ਉਲਝਾਉਣ ਦੇ ਲਈ ਖੇਰਸਨ ਤੋਂ ਵਾਪਸੀ ਦਾ ਡਰਾਮਾ ਕਰ ਰਹੇ ਸਨ।
यूक्रेन च चोटी ते रूसी फौजी कमांडर जनरल सरगेई सुरवोकिन ने रक्षा मंत्री सरगेई शोइगू नूं दस्सिया कि डैनीपर नदी के पश्चिमी कंढे ते स्थित खेरसन शहर ਅਤੇ होर खेतरां 'ਚ सप्लाई पहुंचाउणा असंभव है। शोइगू ने पिछे हटण ਅਤੇ पूर्वी किनारे तो बचाव पक्ष स्थापित ਕਰਨ ਦੇ ਆਪਣੇ ਪ੍ਰਸਤਾਵ ਨਾਲ सहमति ਪ੍ਰਗਟਾਈ है। रूस ਵੱਲੋਂ यूक्रेन ਤੇ 24 फरवरी ਨੂੰ ਹਮਲਾ ਕਰਨ ਸਮੇਂ 2,80,000 ਦੀ ਆਬਾਦੀ ਵਾਲਾ खेरसन शहर रूसी फौजां ਵੱਲੋਂ कब्जा ਕਰਨ ਵਾਲੀ ਇੱਕੋ ਇੱਕ ਖੇਤਰੀ ਰਾਜਧਾਨੀ है। ब्रिटेन के प्रधानमंत्री ऋषि सुनक की सरकार विच कैबिनेट मंत्री गैविन विलियम्स ने अपने सहयोगियों को धमकाउण दे लगे दोष तो बाद अहुदे तो अस्तीफा दे दिता है। विलियम्स ने मंगलवार को ट्विटर से दिते गए अस्तीफे विच कहा कि वह मैसेज प्राप्तकर्ता तो माफ़ी मंग चुके हैं और जांच विच सहयोग कर रहे हैं। उन्होंने दूसरी घटना विच धमकाउण दे दोषां नूं खारिज भी कर दिता। उन्होंने लिखा कि मैं इन्हां दावियां दा खंडन करदा हां पर यह भी जानदा हां कि सरकार वल्लों कीते जा रहे चंगे कारजां प्रति ब्रिटिश लोगों का ध्यान जा रहा है। इसलिए मैं सरकार तो हटण का फैसला लिया जिस नाल मैं शिकायत की प्रक्रिया का पूरी तरह नाल पालन कर सकां ते किसी भी गलत काम विच लगे दोषां 'च खुद नूं निर्दोष साबित कर सकां। सुनक ने कहा है कि उन्होंने दुखी मन नाल विलियम्स का अस्तीफा स्वीकार किया है। BBC की रिपोर्ट के मुताबक विलियम्स ने पिछले महीने टोरी के एक सहयोगी संसद मैंबर नूं अपमानजनक संदेश भेजण ਅਤੇ ਰੱਖਿਆ ਸਕੱਤਰ ਦੇ रूप में एक सीनियर सिविल सेवक नूं धमकी देण का दोष लगा। एलन मस्क ट्विटर यूजर्स नूं एक होर झटका देण की तैयारी कर रहे हैं। रिपोर्टां के मुताबक मस्क ट्विटर की वरतों करन दे लई सारे यूजर्स तो पैसे ले सकते हैं। रिपोर्टां के मुताबक मस्क सारे ट्विटर यूजर्स तो सबसक्रिप्शन चार्ज लैण की भी योजना हुण बनाउण लगे ने। सूत्रां की मन्नीए तां कंपनी हाल ही विच होई बैठक 'च सारे यूजर्स तो सबसक्रिप्शन फीस वसूलण के मुद्दे ते चर्चा की गई सी। यह भी दस्सिया जा रहा है कि कंपनी महीने च कुछ दिनों लई यूजर्स नूं फ्री ट्विटर ऑफर करेगी। इस तो बाद यूजर्स नूं ट्विटर की वरतों करन दे लई एक तय सबसक्रिप्शन चार्ज देना होएगा। ट्विटर 'च नवां बदलाव कदों लागू होएगा इस बारे पक्का कुछ नहीं कह सकते। फिलहाल कंपनी के इंजीनियर ट्विटर ब्लू सबसक्रिप्शन के ग्लोबल रोल आउट पर काम कर रहे हैं। अजिही स्थिति में यह अंदाजा भी लगाया जा रहा है कि सारे यूजर्स नूं सबसक्रिप्शन चार्ज वसूलण कुछ हफ्ते ਜਾਂ महीने लग सकते हैं। मस्क ने कुछ दिन पहला ट्विटर खरीदिया सी। कंपनी के मालिक बनने तो बाद मस्क ने वड्डे बदलाव करने शुरू किए हुए हैं। रूस और यूक्रेन विचाले चल रही जंग दरमियान भारत के विदेश मंत्री डॉक्टर एस जयशंकर रूस पहुंचे। उन्होंने मंगलवार को मास्को में अपनी रूसी हमरुतबा सरगेई लावरोव नाल मुलाकात की। इस दौरान एस जयशंकर ने कहा कि लड़ाई का समा नहीं है। विदेश मंत्रालय ने एक बयान च कहा कि भारत और रूस के विदेश मंत्रियों विचाले हुई इस बैठक में यूक्रेन च जंग के नाल ग्लोबल स्थिति पर चर्चा की गई। विदेश मंत्री एस जयशंकर ने कहा कि भारत रूस के संबंध असाधारण तौर पर दृढ़ साबित हुए हैं। यूक्रेन रूस जंग के विदेश मंत्री ने कहा कि भारत दोवां देशों विचाले गलबात की वापसी नूं जोरदार ढंग नाल दोहराउंदा है। जयशंकर कहते हैं कि जिथों तक अंतरराष्ट्रीय स्थिति की गल है पिछले कुछ सालों में कोविड महामारी वित्ती दबाव और व्यापार नाल संबंधित मुश्किलों ने विश्व अर्थ व्यवस्था को प्रभावित किया है। जदों कि हुण असीं सब तो उपर यूक्रेन में संघर्ष के नतीजे देख रहे हैं। दस दिए कि भारत और रूस कई पद्धरां ते मजबूत और लगातार संपर्क बना रहे हैं। प्रधानमंत्री नरेंद्र मोदी और रूस के राष्ट्रपति व्लादिमीर पुतिन ने हाल ही में सितंबर च समरकंद मुलाकात की सी और इस दे नाल यूक्रेन च जंग दौरान भारत रूस तो तेल खरीद कर रहा है जो पश्चिमी देशों लिए परेशान करने वाला भी है क्योंकि पश्चिमी देशों ने रूस नाल व्यापारक संबंध तोड़ दिते हैं। विदेश मंत्री भारत के विदेश मंत्री कहते हैं कि इस साल असीं 5वीं बार मुलाकात कर रहे हैं। मैनूं लगता है कि यह साडी लंबी और समय की सांझीदारी और उस महत्व नूं दर्शाउंदी है जो असीं सालां दौरान एक दूजे नाल कीती है। इस गलबात नूं अगे लिजाण दे लई मास्को विच आके मैनूं बहुत खुशी हो रही है। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵरुण ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸ਼ੁਕਰੀਆ। ਸਤਿ ਸ਼੍ਰੀ ਅਕਾਲ।